ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਝ ਰਾਗ ਦੀਆਂ ਅਸ਼ਟਪਦੀਆਂ ਵਿੱਚ ਪਾਵਨ ਪਵਿੱਤਰ ਉਪਦੇਸ਼ 109 ਅੰਗ ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਹੁਣ ਤੱਕ ਕੁੱਲ 50 ਸ਼ਬਦ ਸ਼ਰਵਣ ਕੀਤੇ ਨੇ ਮਾਝ ਰਾਗ ਦੇ। ਸੋ ਇਸ ਤਰ੍ਹਾਂ ਹੁਣ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ 51ਵਾਂ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਰਾਗ ਮਾਝ ਅਸ਼ਟਪਦੀਆਂ। ਮਾਝ ਰਾਗ ਦੀਆਂ ਅਸ਼ਟਪਦੀਆਂ ਤੋਂ ਭਾਵ ਹੈ ਅਸ਼ਟ ਮਤਲਬ 8 ਪਦੀਆਂ ਪੌੜੀਆਂ। 8 ਪੌੜੀਆਂ ਵਾਲਾ ਸ਼ਬਦ ਹੋਵੇਗਾ। ਪਹਿਲਾਂ 4-4 ਪੌੜੀਆਂ ਵਾਲੇ ਸ਼ਬਦ ਆਏ ਨੇ। ਸੋ ਇਸ ਤੋਂ ਇਹ ਦੁੱਗਣੀਆਂ ਪੌੜੀਆਂ ਹੋਣਗੀਆਂ 8। ਮਹੱਲਾ ਪਹਿਲਾ ਘਰ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਸੰਗਤਾਂ ਤੇ, ਵਰਖਾ ਕਰ ਰਹੇ ਨੇ ਨਾਮ ਦੀ। ਘਰ ਪਹਿਲਾ ਪਹਿਲੇ ਘਰ ਸੁਰਤਾਲ 'ਚ ਗਾਉਣ ਦਾ ਆਪ ਜੀ ਨੇ ਹੁਕਮ ਕੀਤਾ ਹੈ ਰਾਗੀ ਸਿੰਘਾਂ ਲਈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੋ ਪ੍ਰਮਾਤਮਾ ਵਾਹਿਗੁਰੂ ਹੈ, ਜਿਸ ਨੂੰ ਸੰਸਾਰ ਕਹਿੰਦਾ ਹੈ ਕਿ ਉਹ ਸਾਰਿਆਂ ਨੂੰ ਬਣਾਉਣ ਵਾਲਾ, ਇਹ ਪਾਲਣਾ ਕਰਨ ਵਾਲਾ, ਸਮਾਪਤੀ ਕਰਨ ਵਾਲਾ। ਸੋ ਜਿਸ ਵਾਹਿਗੁਰੂ ਨੇ ਓੰਕਾਰ ਅੱਖਰ ਉਚਾਰਨ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਓੰਕਾਰ ਕੇਵਲ ਇੱਕੋ ਇੱਕ ਹੈ। ਸੋ ਓੰ ਅੱਖਰ ਵਿੱਚ 3 ਆ ਜਾਂਦੇ ਨੇ, ਰਜੋ ਤਮੋ ਸਤੋ, ਪਰ ਓੰਕਾਰ ਵਿੱਚ ਕੇਵਲ ਪਰਮਾਤਮਾ ਜੋ ਇੱਕੋ ਇੱਕ ਹੈ। ਸਤਿਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਹੈ, ਜਿਸ ਉੱਤੇ ਪ੍ਰਸਾਦ ਕਿਰਪਾ ਹੁੰਦੀ, ਸਤਿਗੁਰੂ ਆਪ ਦੇਖਦੇ ਨੇ ਕਿ ਇਹ ਬੰਦਾ ਕਿਰਪਾ ਦਾ ਪਾਤਰ ਹੈ, ਉਦੋਂ ਉਸ ਬੰਦੇ ਉੱਤੇ ਮਿਹਰ ਕਰਕੇ ਉਹਨੂੰ ਗੁਰੂ ਵਾਲਾ ਬਣਨ ਲਈ ਪ੍ਰੇਰਨਾ ਹੋ ਜਾਂਦੀ ਹੈ। ਸੰਗਤ ਵਿੱਚ ਆਉਣ ਦੀ ਪ੍ਰੇਰਨਾ ਸਤਿਗੁਰੂ ਵੱਲੋਂ ਹੁੰਦੀ ਹੈ। ਫਿਰ ਸਤਿਗੁਰੂ ਜੀ ਸੰਗਤ ਵਿੱਚ ਕਿਰਪਾ ਕਰਕੇ ਓਂਕਾਰ ਦਾ ਉਪਦੇਸ਼ ਦਿੰਦੇ ਨੇ। ਓਂਕਾਰ ਕੌਣ ਹੈ? ਕੇਵਲ ਇੱਕੋ ਇੱਕ ਹੈ। ਕਿਉਂ ਗੁਰਸਿੱਖ ਨੂੰ ਇੱਕ ਓਂਕਾਰ ਦੇ ਨਾਲ ਸਤਿਗੁਰੂ ਜੋੜਦੇ ਨੇ। ਸੋ ਅਸ਼ਟਪਦੀਆਂ ਵਿੱਚ ਰਹਾਉ ਦੀਆਂ ਪੰਗਤੀਆਂ ਹਨ। ਮਹਾਰਾਜ ਫਰਮਾਉਂਦੇ ਨੇ, ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ। ਸ਼ਬਦ ਪ੍ਰਾਰੰਭ ਕਰਦੇ ਨੇ, ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹਿ ਮਹਿਲ ਬੁਲਾਏ। ਹੁਕਮੀ ਜੋ ਪਰਮਾਤਮਾ, ਹੁਕਮ ਦੇ ਕਰਨ ਵਾਲਾ, ਉਸ ਹੁਕਮੀ ਪਰਮਾਤਮਾ ਨੇ ਹੁਕਮ ਕਰਕੇ ਸਤਸੰਗਤ ਰੂਪ ਸੱਚੀ ਦਰਗਾਹ ਵਿੱਚ ਬੁਲਾ ਕੇ ਜਿਨ੍ਹਾਂ ਦੇ ਮਨ ਨੂੰ ਗੁਰ ਸ਼ਬਦ ਰੂਪ ਰੰਗ ਵਿੱਚ ਰੰਗ ਦਿੱਤਾ। ਸੋ ਉਹਨਾਂ ਸਬਾਏ ਹੁੰਦਾ ਸਾਰਿਆਂ ਨੂੰ ਮਹਿਲ ਬੁਲਾਏ। ਮਹਿਲੀ ਪਰਮਾਤਮਾ ਨੇ ਸੱਚੀ ਦਰਗਾਹ ਵਿੱਚ ਬੁਲਾ ਲਿਆ ਆਪਣੇ ਪਾਸ, ਕਿਉਂਕਿ ਉਹਨਾਂ ਨੂੰ ਸਤਿਗੁਰੂ ਦੀ ਕਿਰਪਾ ਹੋਈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਜਦੋਂ ਸੰਗਤ ਵਿੱਚ ਬੁਲਾਇਆ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਅਨੁਸਾਰ ਆਪ ਹੀ ਨਿਰਗੁਣ ਰੂਪ ਵਿੱਚ ਹੋ ਕੇ ਪਰਮਾਤਮਾ ਬੈਠੇ, ਆਪ ਹੀ ਆਪਣੇ ਰੂਪ ਨੂੰ ਸਰਗੁਣ ਰੂਪ ਵਿੱਚ ਤਬਦੀਲ ਕਰਕੇ ਸਤਿਗੁਰੂ ਰੂਪ ਹੋ ਕੇ ਬੈਠੇ ਆ। ਇਸ ਤਰ੍ਹਾਂ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਅਤੇ ਸਰਗੁਣ ਰੂਪ ਧਾਰਨ ਕਰਕੇ ਸਾਨੂੰ ਸੰਗਤ ਵਿੱਚ ਬੁਲਾ ਕੇ ਜਿਨ੍ਹਾਂ ਜਿਨ੍ਹਾਂ 'ਤੇ ਕਿਰਪਾ ਕਰਨੀ ਹੁੰਦੀ ਹੈ, ਜਿਨ੍ਹਾਂ ਨੂੰ ਆਪਣੇ ਸਰੂਪ ਦੇ ਵਿੱਚ ਲੀਨ ਕਰਨਾ ਹੁੰਦਾ ਹੈ। ਜਿਵੇਂ ਵਿਛੜੀ ਹੋਈ ਬੂੰਦ ਪਾਣੀ ਨਾਲ ਮਿਲਣੀ ਹੁੰਦੀ ਹੈ, ਸਮੁੰਦਰ ਦੇ ਨਾਲ ਮਿਲ ਕੇ ਕਾਮਯਾਬ ਹੋ ਜਾਂਦੀ ਆ ਉਹ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਬੁਲਾ ਕੇ ਉਹ ਭਟਕੀ ਹੋਈ ਰੂਹ ਨੂੰ ਸ਼ਾਂਤ ਕਰ ਦਿੰਦੇ ਨੇ ਅਤੇ ਆਤਮਿਕ ਸੋਝੀ ਪਾ ਕੇ ਜੀਵ ਨੂੰ ਸਮਝਾ ਦਿੰਦੇ ਨੇ ਕਿ ਤੂੰ ਪਰਮੇਸ਼ਰ ਸਰੂਪ ਹੀ ਹੈ ਤੇ ਉਹਦੇ ਵਿੱਚ ਹੀ ਮਿਲਣਾ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀਆ ਬਣਿਆ। ਇਹ ਮੇਰੇ ਸੱਚੇ ਸਾਹਿਬ ਜੀ, ਦੀਨ ਗਰੀਬਾਂ ਦੇ ਉੱਤੇ ਦਿਆਲੂ ਪਰਮੇਸ਼ਰ ਜੀ, ਸੱਚੇ ਨਾਮ ਜਪਣ ਵਾਲਿਆਂ ਉੱਪਰ ਤੇਰਾ ਮਨ ਪਤੀਜਦਾ ਹੈ। ਸੱਚੇ ਮਨ ਵਾਲਿਆਂ ਉੱਪਰ ਤੂੰ ਪਤੀਆਵਣਾ ਭਰੋਸਾ ਕਰਦਾ ਹੈ, ਕਿਉਂਕਿ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਹੈ ਔਰ ਜਿਹਨਾਂ ਦੇ ਫਿਰ ਮਨ ਸੱਚੇ ਹੋ ਗਏ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਸ ਤਰ੍ਹਾਂ ਉਹਨਾਂ ਦੇ ਉੱਤੇ ਤੇਰਾ ਭਰੋਸਾ ਹੋ ਜਾਂਦਾ। ਇਹ ਮੇਰੇ ਪਿਆਰੇ ਨੇ, ਕਿਉਂਕਿ ਉਹਨਾਂ ਦਾ ਭਰੋਸਾ ਤੇਰੇ ਉੱਪਰ ਹੋ ਜਾਂਦਾ। ਜਾ ਕੇ ਹਿਰਦਾ ਵਿਸ਼ਵਾਸ ਪ੍ਰਭਾਇਆ,
ਤਤ ਗਿਆਨ ਤਿਸ ਮਨ ਪ੍ਰਗਟਾਇਆ। ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ। ਸੋਭਨੀਕ ਗੁਰਾਂ ਦੇ ਸ਼ਬਦ ਤੋਂ, ਇਹ ਸ਼ਬਦ ਦੁਆਰਾ ਸੋਭਨੀਕ ਹੋਏ ਨੇ। ਸ਼ਬਦ ਸੁਹਾਵਣਿਆ ਗੁਰਾਂ ਦੇ ਸ਼ਬਦ ਕਰਕੇ ਜੋ ਸੋਭਾ ਵਾਲੇ ਹੋਏ ਨੇ, ਉਹਨਾਂ ਤੋਂ ਮੈਂ ਤਨ ਕਰਕੇ ਬਲਿਹਾਰ, ਜੀਉ ਭਾਵ ਮਨ ਕਰਕੇ ਕੁਰਬਾਨ ਜਾਂਦਾ। ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ। ਸੋ ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ। ਜਿਹੜੀ ਤੁਹਾਡੀ ਇਹ ਸ਼ਬਦ ਸੁਹਾਵਣਿਆ ਭਾਵ ਸ਼ਬਦ ਦੁਆਰਾ ਤੁਸੀਂ ਸੋਭਨੀਕ ਹੋ ਰਹੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਫਿਰ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ ਸ਼ਬਦ ਦੁਆਰਾ ਉਹ ਵੀ ਸੋਭਨੀਕ ਹੋ ਜਾਂਦਾ। ਇਸ ਤਰ੍ਹਾਂ ਆਪ ਜੀ ਆਪਣੇ ਪਿਆਰਿਆਂ ਨੂੰ ਸ਼ਬਦ ਦੁਆਰਾ ਸਵਾਰਦੇ ਹੋ, ਸਵਾਰ ਕੇ ਉਹਨੂੰ ਸੋਭਨੀਕ ਕਰ ਲੈਂਦੇ ਹੋ। ਸੋ ਜਿਵੇਂ ਮਹਾਰਾਜ ਨੇ ਬਚਨ ਕੀਤਾ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤਿ ਮਨ ਵਸਾਵਣਿਆ ਰਹਾਉ। ਸੋ ਇਸ ਤਰ੍ਹਾਂ ਸੁਖ ਦਾਤਾ, ਸੁਖ ਦਾਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਿਹੜਾ ਹੈ, ਅੰਮ੍ਰਿਤ ਨਾਮ ਜੋ ਹੈ ਸਦਾ ਹੀ ਜਿਨ੍ਹਾਂ ਨੇ ਗੁਰਮਤੀਏ ਨੇ, ਜਿਹੜੇ ਗੁਰਮਤ ਲੈਣ ਵਾਲੇ ਨੇ, ਗੁਰੂ ਦੀ ਮੱਤ ਅਨੁਸਾਰ ਹੀ ਚੱਲਦੇ ਨੇ, ਆਪਣੀ ਮੱਤ ਨੂੰ ਛੱਡ ਹੀ ਦਿੱਤਾ। ਸਿਰਫ ਜੋ ਗੁਰਮਤ ਕਹਿੰਦੀ ਉਹਦੇ ਮੁਤਾਬਕ ਚੱਲਣ ਵਾਲੇ ਜਿਹੜੇ ਨੇ, ਉਹਨਾਂ ਗੁਰਮਤੀਆਂ ਨੇ ਆਪਣੇ ਮਨ ਦੇ ਵਿੱਚ ਸ਼ਬਦ ਦਾ ਮੰਨਣ ਕਰਕੇ ਤੇ ਇਹ ਸ਼ਬਦ ਬ੍ਰਹਮ ਬਾਣੀ ਹੈ, ਨਿਰੰਕਾਰ ਬਾਣੀ ਹੈ, ਧੁਰ ਕੀ ਬਾਣੀ ਹੈ, ਉਹਨਾਂ ਨੇ ਉਹ ਸ਼ਬਦ ਤੋਂ ਭਾਵ ਉਪਦੇਸ਼ ਜਿਹੜਾ ਸਤਿਗੁਰਾਂ ਨੇ ਦਿੱਤਾ ਸੀ ਉਹ ਮਨ ਦੇ ਅੰਦਰ ਵਸਾ ਲਿਆ ਚੰਗੀ ਤਰ੍ਹਾਂ। ਗੁਰਮਤ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਿਆ ਅਤੇ ਜਿਹੜੀ ਪਹਿਲਾਂ ਆਪਣੀ ਮਰਜ਼ੀ ਮਨੌਤ ਨਾਲ ਤੁਰਦੇ ਸੀ, ਉਹ ਮਰਜ਼ੀ ਮਨੌਤਾਂ ਆਪਣੀਆਂ ਸਿਆਣਪਾਂ ਸਾਰੀਆਂ ਬੰਦ ਕਰ ਦਿੱਤੀਆਂ ਨੇ। ਉਹਨਾਂ ਨੂੰ ਛੱਡ ਕੇ ਹੁਣ ਗੁਰੂ ਸਾਹਿਬ ਦੇ ਅਨੁਸਾਰ ਚੱਲਦੇ ਨੇ। ਜਿਵੇਂ ਸਤਿਗੁਰ ਕਹਿੰਦੇ ਨੇ, ਜੇ ਦੋ ਗੱਲਾਂ ਚੱਲ ਪੈਣ, ਇੱਕ ਪਾਸੇ ਆਪਣੀ ਮੱਤ, ਇੱਕ ਪਾਸੇ ਗੁਰਮਤ, ਫਿਰ ਇਹਨਾਂ ਦਾ ਟਕਰਾਓ ਹੋ ਕੇ ਦੋ ਚਿੱਤੀ ਤੇ ਦੁਬਿਧਾ ਪੈਦਾ ਹੋ ਜਾਂਦੀ ਹੈ। ਇਹ ਦੋ ਚਿੱਤੀ ਤਾਂਹੀਓ ਪੈਦਾ ਹੁੰਦੀ ਆਪਣੇ ਮਨਾਂ 'ਚ, ਕਿਉਂਕਿ ਇੱਕ ਪਾਸੇ ਤਾਂ ਆਪਾਂ ਆਪਣੀ ਸਿਆਣਪ ਮੂਹਰੇ ਰੱਖ ਲਈ, ਇੱਕ ਪਾਸੇ ਗੁਰੂ ਸਾਹਿਬ ਦੀ ਗੁਰਮਤ ਰੱਖ ਲਈ। ਗੁਰੂ ਸਾਹਿਬ ਦੀ ਗੁਰਮਤ ਨੂੰ ਸਾਹਮਣੇ ਰੱਖ ਕੇ ਕਈ ਵਾਰ ਆਪਾਂ ਸੋਚਦੇ ਹਾਂ ਬਈ ਮੈਨੂੰ ਤਾਂ ਆਹ ਗੱਲ ਚੰਗੀ ਲੱਗਦੀ ਆ, ਮਹਾਰਾਜ ਇੱਦਾਂ ਕਹਿੰਦੇ ਨੇ। ਕਈ ਵਾਰ ਬੰਦੇ ਨੂੰ ਆਪਣੀ ਬੁੱਧੀ ਵੱਡੀ ਲੱਗਦੀ ਹੁੰਦੀ। ਸੋ ਇਸ ਤਰ੍ਹਾਂ ਸਿਆਣੇ ਕਹਿੰਦੇ ਨੇ, ਸੋ ਦੂਜੇ ਦਾ ਧਨ ਵੱਡਾ ਲੱਗਦਾ ਤੇ ਆਪਣੀ ਬੁੱਧੀ ਇਨਸਾਨ ਨੂੰ ਵੱਡੀ ਲੱਗਦੀ ਹੈ। ਜਦੋਂ ਇਨਸਾਨ ਆਪਣੀ ਬੁੱਧੀ ਤੇ ਸਿਆਣਪ ਤੇ ਮਾਣ ਕਰਕੇ ਚੱਲ ਪੈਂਦਾ ਭਈ ਨਹੀਂ ਸਤਿਗੁਰੂ ਨੂੰ ਨਹੀਂ ਪਤਾ, ਮੈਨੂੰ ਜ਼ਿਆਦਾ ਪਤਾ। ਸੋ ਮਹਾਰਾਜ ਕਹਿੰਦੇ ਉਦੋਂ ਦੋ ਚਿੱਤੀ 'ਚ ਦੁਬਿਧਾ 'ਚ ਪੈ ਕੇ ਗੁਰੂ ਤੋਂ ਬੇਮੁਖ ਹੋ ਕੇ ਮਾਰ ਖਾ ਜਾਂਦਾ। ਜਦੋਂ ਮਾਰ ਖਾ ਜਾਂਦਾ ਫਿਰ ਦੌੜ ਕੇ ਆਉਂਦਾ ਗੁਰੂ ਸਾਹਿਬ ਕੋਲ, ਮਹਾਰਾਜ ਮੇਰਾ ਨੁਕਸਾਨ ਹੋ ਗਿਆ। ਸਤਿਗੁਰੂ ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਕਿ ਆਪਣੀ ਬੁੱਧੀ ਵਰਤ, ਤੂੰ ਸਾਤੋਂ ਗੁਰਮਤ ਲਏ ਬਿਨਾਂ ਹੀ ਤੁਰਿਆ ਫਿਰਦਾ। ਤੈਨੂੰ ਗੁਰਮਤ ਦਿੱਤੀ ਵੀ ਸੀ ਕਿ ਗੁਰਮਤ ਆਹ ਚੀਜ਼ ਹੈ, ਫਿਰ ਤੂੰ ਪਤਾ ਨਹੀਂ ਕਿਉਂ ਆਪਣੀ ਮਰਜ਼ੀ ਕਰਦਾ। ਉਹ ਤਾਂ ਇੱਕ ਵੱਖਰੀ ਗੱਲ ਹੈ। ਫਿਰ ਮਨਮੁਖ ਭੁੱਲੇ ਭੁਲਾਈ ਹੈ। ਫਿਰ ਜਿਹੜੇ ਮਨਮੁਖ ਭੁੱਲੇ ਹੋਏ ਨੇ ਉਹਨਾਂ ਕੋਲ ਫਿਰ ਤੂੰ ਜਾਂਦਾ, ਉਹ ਤੈਨੂੰ ਹੋਰ ਭੁਲਾ ਛੱਡਦੇ, ਕਿਉਂਕਿ ਉਹ ਤਾਂ ਹੈ ਹੀ ਦੁਰਮਤੀਏ ਨੇ। ਗੁਰਮੁਖਾਂ ਦੀ ਸੰਗਤ ਕਰੀਦੀ ਹੈ। ਇਹੀ ਕਲਯੁਗ ਹੈ ਕਿ ਜਿਹੜੀ ਸਹੀ ਗੱਲ ਹੈ ਉਹ ਹਮੇਸ਼ਾ ਗਲਤ ਹੀ ਲੱਗੀ ਜਾਂਦੀ ਹੈ, ਜਿਹੜੀ ਗਲਤ ਗੱਲ ਹੈ ਉਹ ਸਹੀ ਲੱਗੀ ਜਾਂਦੀ ਹੈ। ਇਸ ਕਰਕੇ ਬੰਦਾ ਆਪਣੀ ਬੁੱਧੀ ਤੇ ਮਾਣ ਕਰ ਲੈਂਦਾ, ਦੂਜਿਆਂ ਦੀ ਸਿਆਣਪ ਲੈਣ ਦੇ ਲੈ ਕਰਕੇ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਕਲਯੁਗ ਦੇ ਸਮੇਂ ਵਿੱਚ ਕਾਮ ਨੇਵ ਸੱਦ ਪੁੱਛੀ ਹੈ, ਬਹਿ ਬਹਿ ਕਰੇ ਵਿਚਾਰ। ਸੋ ਜਿਹੜੇ ਕਾਮੀ ਪੁਰਸ਼ ਹੋਣਗੇ ਉਹਨਾਂ ਨੂੰ ਨੇਵ ਹੁੰਦਾ, ਚੋਬਦਾਰ ਪਹਿਰੇਦਾਰ ਹੋਣਗੇ, ਉਹਨਾਂ ਨੂੰ ਲੋਕ ਸੱਦ ਸੱਦ ਕੇ ਸਿਆਣਪਾਂ ਜਿਹੜੀਆਂ ਨੇ ਉਹ ਪੁੱਛਿਆ ਕਰਨਗੇ ਉਹਨਾਂ ਪਾਸੋਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮਤੀ ਜਿਹੜੇ ਪੁਰਸ਼ ਹੋਣਗੇ ਉਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਗੁਰਮਤ ਅਨੁਸਾਰ ਚੱਲ ਕੇ ਹੀ ਮਨ ਦੇ ਅੰਦਰ ਵਸਾਉਣਾ। ਜਿਵੇਂ ਬੱਚੇ ਨੂੰ ਕਹੀਏ ਆਹ ਕੰਮ ਨਹੀਂ ਕਰਨਾ, ਪਰ ਉਹ ਕਰ ਹੀ ਦਿੰਦਾ। ਅਖੀਰ ਜਾ ਕੇ ਫਿਰ ਤੈਨੂੰ ਆਪਾਂ ਇਹੀ ਕਹਿੰਦੇ ਕਿ ਤੈਨੂੰ ਕਿਹਾ ਸੀ ਨਾ ਕਰ, ਕਹਿੰਦਾ ਮੈਂ ਆਖਿਆ ਸ਼ਾਇਦ ਐਂ ਹੋ ਜੂ। ਨਹੀਂ ਨਾ ਹੁੰਦਾ ਇਸ ਤਰ੍ਹਾਂ, ਕਿਉਂਕਿ ਵੱਡਿਆਂ ਦਾ ਤਜਰਬਾ ਹੁੰਦਾ, ਨਿਆਣੇ ਆਪਣੀ ਮਾਤੀ ਕਰਦੇ ਰਹਿੰਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੁਸੀਂ ਆਪਣੀ ਮਾਤੀ ਵਰਤਦੇ ਰਹਿੰਦੇ ਹੋ। ਜਿਨ੍ਹਾਂ ਦਾ ਤਜਰਬਾ ਇੰਨੇ ਯੁੱਗਾਂ ਦੀ ਭਗਤੀ ਆ ਉਹਨਾਂ ਨੂੰ ਜ਼ਿਆਦਾ ਪਤਾ ਕਿ ਜਾਂ ਆਪਾਂ ਨੂੰ ਪਤਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਨਾ ਕੋ ਮੇਰਾ ਹਉ ਕਿਸ ਕੇਰਾ,
ਸਾਚਾ ਠਾਕੁਰ ਤ੍ਰਿਭਵਨ ਮੇਰਾ। ਜਦ ਕਿ ਮੇਰਾ ਕੋਈ ਵੀ ਨਹੀਂ ਹੈ ਤਾਂ ਫਿਰ ਹਉ ਮੈਂ ਕਿਸ ਕੇਰਾ ਕਿਹਦਾ ਹਾਂ। ਮੈਂ ਵੀ ਕਿਸੇ ਦਾ ਨਹੀਂ ਹਾਂ, ਤਿੰਨਾਂ ਲੋਕਾਂ ਦਾ ਸੱਚਾ ਮਾਲਕ ਮੇਰਾ ਸੁਆਮੀ ਹੈ। ਨਾ ਕੋ ਮੇਰਾ ਹਉ ਕਿਸ ਕੇਰਾ, ਨਾ ਕੋਈ ਮੇਰਾ ਇੱਥੇ, ਨਾ ਮੈਂ ਕਿਸੇ ਦਾ। ਕਹਿੰਦੇ ਜੇ ਤਿੰਨਾਂ ਲੋਕਾਂ ਦਾ ਸੱਚਾ ਮਾਲਕ ਆ ਉਹੀ ਮੇਰਾ ਮਾਲਕ ਹੈ। ਬਸ ਜਦੋਂ ਆਪਾਂ ਇੱਥੇ ਚੱਲ ਕੇ ਬਿਰਤੀ ਨੂੰ ਖੜਾ ਲਿਆ ਕਿ ਉਹੀ ਮੇਰਾ ਮਾਲਕ ਹੈ, ਸੰਸਾਰ ਦੇ ਲੋਕਾਂ ਦਾ ਜਦੋਂ ਆਪਾਂ ਸਲਾਹ ਲੈਣੀ ਛੱਡਤੀ, ਗੁਰਮਤੀਆਂ ਦੀ ਸਲਾਹ ਲਈ, ਤਾਂ ਜੀਵ ਦਾ ਗੁਰਸਿੱਖੀ ਵਿੱਚ ਕਾਮਯਾਬ ਹੋਣਾ ਸੁਤੇ ਸਿੱਧੀ ਹੋ ਜਾਂਦਾ। ਹਉ ਮੈਂ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛੋਤਾਵਣਿਆ। ਮਹਾਰਾਜ ਕਹਿੰਦੇ ਇਹ ਜਿਹੜੀ ਸੰਸਾਰ ਦੇ ਅੰਦਰ ਹੰਗਤਾ ਮਮਤਾ ਕਰ ਕਰਕੇ ਬਹੁਤੀ ਦੁਨੀਆ ਤੁਰੀ ਜਾਂਦੀ ਹੈ ਅਤੇ ਔਗਣਾਂ ਨੂੰ ਕਰਕੇ ਫਿਰ ਬਾਅਦ ਵਿੱਚ ਪਛਚਾਤਾਪ ਕਰਦੀ। ਪਹਿਲਾਂ ਤਾਂ ਹਉਮੈ ਕਰਕੇ ਗੁਰੂ ਸਾਹਿਬ ਦੇ ਕੋਈ ਬਚਨ ਨਹੀਂ ਸੁਣੇ ਬਈ ਅਸੀਂ ਤਾਂ ਪਹਿਲਾਂ ਹੀ ਬੜੇ ਸਿਆਣੇ ਹਾਂ, ਵੀ ਸਾਨੂੰ ਤਾਂ ਸਾਰਾ ਹੀ ਪਤਾ ਹੈ। ਜੇ ਕਿਸੇ ਨੂੰ ਕਹੀਏ ਆਪਾਂ ਚਲੋ ਕਥਾ ਸੁਣਦੇ ਹਾਂ, ਉਹ ਕਹਿੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਜੋ ਤੁਸੀਂ ਉੱਥੇ ਦੱਸਣਾ। ਤੁਸੀਂ ਕਹੋਗੇ ਸਵੇਰੇ ਉੱਠ ਕੇ ਨਹਾਇਆ ਕਰੋ, ਬਾਣੀ ਪੜ੍ਹਿਆ ਕਰੋ, ਸੱਚ ਬੋਲਿਆ ਕਰੋ, ਆਹ ਕਰਿਆ ਕਰੋ, ਉਹ ਕਰਿਆ ਕਰੋ, ਸਾਨੂੰ ਸਾਰਾ ਹੀ ਪਤਾ। ਇਸ ਕਰਕੇ ਉਹ ਆਪਣੀ ਚਤਰਾਈ ਸਿਆਣਪ ਹਉਮੈ ਦੇ ਨਾਲ ਹੀ ਮਹਾਰਾਜ ਕਹਿੰਦੇ ਫਿਰ ਔਗਣ ਕਰਨੇ ਸ਼ੁਰੂ ਕਰ ਦਿੰਦੇ ਨੇ। ਕਿਉਂਕਿ ਗੁਰੂ ਦੀ ਕਿਰਪਾ ਕਿੱਥੋਂ ਲੈਣੀ ਹੈ? ਸਿਆਣਪ ਤਾਂ ਚਲੋ ਆ ਗਈ ਆਪਣੇ ਕੋਲੇ, ਮੰਨ ਲੈਂਦੇ ਬੰਦਾ ਸਿਆਣਾ ਹੈ, ਪਰ ਗੱਲ ਤਾਂ ਕਿਰਪਾ ਨਾਲ ਚੱਲਣੀ ਸੀ। ਜਦੋਂ ਗੁਰੂ ਸਾਹਿਬ ਤੋਂ ਆਪਾਂ ਨੇ ਗੁਰਮਤ ਲਈ ਤਾਂ ਨਾਲ ਕਿਰਪਾ ਵੀ ਲਈ। ਆਮ ਬੰਦੇ ਸਿਆਣਪ ਤਾਂ ਦੇ ਦਿੰਦੇ ਪਰ ਕਿਰਪਾ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀ ਵੱਡੀ ਚੀਜ਼ ਆ ਉਹ ਕਿਰਪਾ ਹੈ। ਜੇ ਕਿਰਪਾ ਨਾ ਹੋਈ, ਆਪਣੀ ਸਿਆਣਪ ਕਈ ਵਾਰ ਔਗਣ ਕਰਵਾ ਦਿੰਦੀ ਹੈ। ਕਰ ਅਵਗਣ ਪਛੋਤਾਵਣਿਆ, ਫਿਰ ਬੰਦਾ ਔਗਣ ਕਰਕੇ ਬਾਅਦ 'ਚ ਪਛਤਾਉਂਦਾ ਹੀ ਰਹਿੰਦਾ ਕਿ ਮੈਂ ਗਲਤੀ ਕਰ ਲਈ ਬਹੁਤ ਭਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੱਲਣਾ ਕਿਵੇਂ ਹੈ? ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨੀਸਾਣੈ। ਜੋ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਉਹੀ ਹਰੀ ਦੇ ਗੁਣਾਂ ਨੂੰ ਕਥਨ ਕਰਦਾ ਅਤੇ ਗੁਰਾਂ ਦੇ ਉਪਦੇਸ਼ ਕਰਕੇ ਨਾਮ ਰੂਪ ਨੀਸਾਣੈ, ਉਹਨੂੰ ਪਰਮਾਤਮਾ ਮਿਲ ਜਾਂਦਾ। ਨਾਮੀ ਪਰਮਾਤਮਾ ਉਹਨੂੰ ਪ੍ਰਗਟ ਹੋ ਜਾਂਦਾ। ਪ੍ਰਗਟ ਹੋਣਾ ਹੀ ਨੀਸਾਨ ਹੈ ਉਹਦਾ। ਮਸਤਕ ਤੇ ਮਸਤਕ ਦੀ ਮਣੀ ਚਮਕ ਪੈਂਦੀ ਹੈ। ਨਾਮ ਜਪਣ ਵਾਲਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਨਾਮ ਜਪਣ ਵਾਲਾ। ਸੋ ਜਿਹਨੇ ਹੁਕਮ ਮੰਨਿਆ ਉਹਨੇ ਨਾਮ ਜਪਿਆ, ਜਿਹਨੇ ਨਾਮ ਜਪਿਆ ਉਹਨੇ ਮਨੋਂ ਹੁਕਮ ਮੰਨ ਲਿਆ। ਸੋ ਮਹਾਰਾਜ ਇਸ ਕਰਕੇ ਕਹਿੰਦੇ ਨੇ ਏਕੋ ਨਾਮ ਹੁਕਮ ਹੈ, ਗੁਰ ਸਤਿਗੁਰ ਦੀਆ ਬੁਝਾਏ ਜੀਓ। ਮਨੁੱਖ ਨੂੰ ਹੋਰ ਦੂਜਾ ਹੁਕਮ ਹੀ ਨਹੀਂ ਹੈ। ਬਾਕੀ ਤੇ ਥੋੜ੍ਹੇ ਜਿਹੇ ਕੰਮ ਕਰਕੇ ਰੋਟੀ ਜੋਕਰਾ ਕੰਮ ਕਰਨਾ, ਥੋੜ੍ਹੇ ਜਿਹੇ ਕੱਪੜਿਆਂ ਜਿੰਨਾ ਕੰਮ ਕਰ ਲਿਆ। ਮਨੁੱਖ ਨੂੰ ਜ਼ਿਆਦਾਤਰ ਜਿਹੜਾ ਉਪਦੇਸ਼ ਕੀਤਾ ਸੀ ਉਹ ਹੋਰ ਕੀਤਾ ਸੀ। ਇਹ ਚਲਿਆ ਆਪਣੇ ਹੋਰ ਹੀ ਪਾਸੇ ਗਿਆ। ਬੁੱਧੀ ਦੀ ਸਿਆਣਪ ਕਰਕੇ ਮਾਇਆ ਹੋਰ ਪਾਸੇ ਲੈ ਗਈ ਇਹਨੂੰ। ਜਿਸ ਕੰਮ ਲਈ ਜਨਮ ਲਿਆ ਸੀ ਉਹ ਕੰਮ ਹੀ ਰਹਿ ਗਿਆ ਵਿੱਚ ਹੀ। ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਮਹਾਰਾਜ ਕਹਿੰਦੇ ਸਾਰਿਆਂ ਦਾ ਹਿਸਾਬ ਸੱਚੇ ਦਰਬਾਰ ਵਿੱਚ ਹੁੰਦਾ ਹੈ ਜਾ ਕੇ। ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ। ਜਿਹੜੀ ਪੰਕਤੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ। ਨਾਲੇ ਧੁਰ ਕੀ ਬਾਣੀ ਹੈ, ਨਾਲੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਹਜੇ ਬੜਾ ਵਰਨਾ ਕੋਏ। ਫੈਸਲਾ ਤਾਂ ਸਾਰਾ ਸੱਚੇ ਦੇ ਦਰਬਾਰ 'ਚ ਹੋਣਾ ਹੈ। ਸੋਭਨੀਕ ਨਾਮੀ ਦੇ ਨਾਮ ਜਪਣੇ ਕਰਕੇ ਹੀ ਸਿਰਫ ਛੁਟਕਾਰਾ ਹੁੰਦਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਬਖਸ਼ ਲੈਂਦੇ ਨੇ। ਜੇ ਭਾਰੋਂ ਬਹੁਤ ਸਾਰੀਆਂ ਗੱਲਾਂ ਹੋ ਵੀ ਜਾਂਦੀਆਂ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ, ਬਸ ਨਾਮ ਜਪੀ ਜਾਓ ਫੇਰ ਵੀ ਬਖਸ਼ਿਆ ਜਾਂਦਾ। ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਵੀ ਕਹਿੰਦੇ ਕੋਈ ਗੱਲ ਨਹੀਂ, ਨਾਮ ਬਹੁਤ ਜਪਿਆ ਇਹਨੇ। ਸੁਭਾਵਕ ਹੁਣ ਗਲਤੀ ਹੋਣਾ ਮਨੁੱਖ ਦਾ ਕਰਮ ਹੈ। ਫੇਰ ਵੀ ਸਤਿਗੁਰੂ ਆਪ ਕਿਰਪਾ ਕਰਕੇ ਸਿਰ ਤੇ ਖੜ੍ਹ ਕੇ ਗਲਤੀਆਂ ਤੋਂ ਬਚਾ ਕੇ ਰੱਖਦੇ ਨੇ। ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ। ਹੁਣ ਜਿਹੜੇ ਬੰਦੇ ਨਾਮ ਤੋਂ ਭੁੱਲੇ ਹੋਏ ਨੇ, ਵਾਹਿਗੁਰੂ ਦੇ ਹੁਕਮ ਤੋਂ ਮੁਨਕਰ ਨੇ, ਉਹ ਮਨਮੁਖ ਕਿਤੇ ਠਹਿਰਨਾ ਪਾਉਂਦਾ ਹੀ ਨਹੀਂ। ਜਿਉਂ ਗੇੜੇ ਖਾਣ ਲੱਗਦਾ 84 ਦੇ ਗੇੜੇ ਖਾਈ ਜਾਂਦਾ। ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਗੇੜੇ ਖਾਈ ਜਾਂਦਾ, ਕਿਉਂਕਿ ਉਹਨੂੰ ਸਰੂਪ ਰੂਪੀ ਜਿਹੜੀ ਠੌਰ ਹੁੰਦੀ ਜਗ੍ਹਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅੰਦਰ ਜਿਹੜਾ ਆਪਣਾ ਅਸਲੀ ਸਰੂਪ ਹੈ ਉਹਨੂੰ ਆਪਾਂ ਲੱਭ ਨਹੀਂ ਸਕਦੇ ਕਿ ਮੇਰਾ ਸਰੂਪ ਹੈ ਕੀ।
ਤੇ ਜਮਾਂ ਦੇ ਦਰਬਾਰ ਵਿੱਚ ਬੱਧਾ ਹੋਇਆ ਜਮਾਂ ਦੀਆਂ ਸੱਟਾਂ ਹੀ ਖਾਂਦਾ ਰਹਿੰਦਾ, ਮਨਮੁਖ ਜੋ ਹੋਇਆ, ਕਿਉਂਕਿ ਹਉਮੈ ਕਰ ਕਰ ਜਾਏ ਘਨੇਰੀ। ਬਿਨ ਨਾਵੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਾ। ਬਿਨ ਨਾਵੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਿਆ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਸੰਗ ਦਾ ਸਾਥੀ ਬਣਿਆ ਹੀ ਨਹੀਂ, ਨਾਲ ਦਾ ਕੋਈ ਸੰਗੀ ਸਾਥੀ ਹੈ ਹੀ ਨਹੀਂ, ਕਿਉਂਕਿ ਨਾਮ ਧਿਆਵਣ ਵਾਲਾ ਹੀ ਜਮਾਂ ਦੇ ਦੁੱਖਾਂ ਤੋਂ ਮੁਕਤੇ ਤੋਂ ਭਾਵ ਹੁੰਦਾ, ਛੁੱਟਦਾ, ਬਚਦਾ, ਬੰਧਨ ਮੁਕਤ ਹੁੰਦਾ। ਹੋਰ ਕੋਈ ਸਾਥੀ ਨਹੀਂ ਹੈ ਨਾਮ ਤੋਂ ਬਿਨਾਂ। ਕਿੰਨੇ ਮਰਜ਼ੀ ਸਾਥੀ ਬਣਾ ਲਓ, ਇਹ ਜੀ ਮੇਰਾ ਫਲਾਨਾ ਸਾਥੀ ਹੈ, ਇਹ ਫਲਾਨਾ ਦੋਸਤ ਹੈ, ਇਹ ਫਲਾਨਾ ਹੈ, ਇਹ ਜੀਵਨ ਸਾਥੀ ਹੈ, ਪਰ ਸਰੀਰ ਤਾਂ ਇਕੱਲਿਆਂ ਨਹੀਂ ਛੱਡਣਾ। ਮਹਾਰਾਜ ਕਹਿੰਦੇ ਅੰਤਮ ਸਮੇਂ ਤੱਕ ਇਕੱਲਿਆਂ ਨਹੀਂ ਜਾਣਾ, ਕੋਈ ਸਾਥੀ ਨਹੀਂ ਨਾਮ ਤੋਂ ਬਿਨਾਂ। ਮਹਾਰਾਜ ਕਹਿੰਦੇ ਪਾਰ ਬ੍ਰਹਮ ਭਇਓ ਸਾਥੀ, ਇੱਕ ਪਾਰ ਬ੍ਰਹਮ ਪਰਮੇਸ਼ਰ ਹੀ ਸਾਡਾ ਸਾਥੀ ਹੈ। ਸਾਖਤ ਕੂੜੇ ਸੱਚ ਨ ਭਾਵੈ, ਦੁਬਿਧਾ ਬਾਧਾ ਆਵੈ ਜਾਵੈ। ਝੂਠਿਆਂ ਪਦਾਰਥਾਂ 'ਚ ਲੱਗਣ ਕਰਕੇ ਜਿਹੜੇ ਨਸਰਦਕ ਬੰਦੇ ਨੇ, ਉਹਨਾਂ ਨੂੰ ਸੱਚਾ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਮਨ ਦੀ ਖਿੱਚ ਉਧਰ ਨੂੰ ਬਣੀ ਹੋਈ ਆ। ਉਧਰ ਨੂੰ ਸੰਸਾਰ ਵਿੱਚ ਜਿੰਨੀਆਂ ਚੀਜ਼ਾਂ ਖਿੱਚ ਪਾਉਂਦੀਆਂ ਨੇ, ਤੇ ਮਾੜੇ ਮਨ ਵਾਲਾ ਬੰਦਾ ਛੇਤੀ ਖਿੱਚਿਆ ਜਾਂਦਾ ਦੂਜੇ ਪਾਸੇ ਨੂੰ, ਗਲਤ ਪਾਸੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੁਬਿਧਾ ਵਿੱਚ ਬੱਧਾ ਹੋਣ ਕਰਕੇ ਮੁੜ ਮੁੜ ਕੇ ਆਵੈ ਜਾਵੈ, ਜੰਮਦਾ ਮਰਦਾ ਰਹਿੰਦਾ ਬਾਰ-ਬਾਰ। ਪਰ ਇਹ ਵੀ ਸਤਿਗੁਰੂ ਜੀ ਕਹਿੰਦੇ ਹੁਣ ਮਸਤਕ ਦੇ ਕਈ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਲੇਖ ਪੈ ਜਾਂਦੇ ਨੇ। ਲਿਖਿਆ ਲੇਖ ਨਾ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਮੱਥੇ ਉੱਪਰ ਜੋ ਲੇਖ ਲਿਖਿਆ ਗਿਆ ਉਹਨੂੰ ਭੋਗੇ ਤੋਂ ਬਿਨਾਂ ਕੋਈ ਮੇਟ ਨਹੀਂ ਸਕਦਾ। ਉਹ ਪਾਰ ਬ੍ਰਹਮ ਜੀ ਨੇ ਲਿਖ ਦਿੱਤਾ ਲੇਖ। ਕਹਿੰਦੇ ਇਹ ਸੱਚ, ਕਿਉਂਕਿ ਪ੍ਰਮਾਤਮਾ ਸੱਚ ਸਰੂਪ ਹੋਣ ਕਰਕੇ ਉਹਦੇ ਲਿਖੇ ਹੋਏ ਨੂੰ ਕੋਈ ਨਹੀਂ ਮੇਟ ਸਕਦਾ, ਕੋਈ ਵੀ। ਉਹ ਤਾਂ ਉਸੇ ਤਰ੍ਹਾਂ ਹੀ ਭੁਗਤਣਾ ਹੀ ਪੈਂਦਾ ਜਿਵੇਂ ਲਿਖ ਦਿੱਤਾ ਉਹਨਾਂ ਨੇ। ਇੱਕ ਤਰਲਾ ਹੈ ਸਤਿਗੁਰਾਂ ਦੇ ਅੱਗੇ, ਜੇ ਸਤਿਗੁਰੂ ਕਿਰਪਾ ਕਰ ਦੇਣ। ਫਿਰ ਸਤਿਗੁਰੂ ਕਿਰਪਾ ਕਰਕੇ ਕਈ ਵਾਰੀ ਜੇ ਬਾਹਲੀ ਦੇਖੇ ਵੀ ਸੇਵਾ ਬਹੁਤ ਕਰਦਾ ਵਿਚਾਰਾ, ਭਗਤੀ ਕਰਦਾ, ਬਾਣੀ ਵੀ ਬੜੀ ਪੜ੍ਹਦਾ, ਫਿਰ ਸਤਿਗੁਰੂ ਇੱਕ ਕਿਰਪਾ ਕਰ ਦਿੰਦੇ ਨੇ ਕਿ ਉਹਦੇ ਲੇਖ ਨੂੰ ਸੁਪਨੇ 'ਚ ਭੁਗਤਾ ਦਿੰਦੇ ਆ, ਜਾਂ ਸਤਿਗੁਰੂ ਇਹ ਕਰਦੇ ਨੇ ਲੇਖ ਨੂੰ ਨਰਮ ਪਾ ਦਿੰਦੇ ਨੇ। ਸੋ ਜਿਵੇਂ ਕੈਦੀ ਜੇਲ੍ਹ ਚਲਿਆ ਗਿਆ, ਗਲਤੀ ਹੋ ਗਈ, ਪਰ ਜੇਲ੍ਹ ਵਾਲੇ ਕਈ ਵਾਰੀ ਉਹਦਾ ਵਤੀਰਾ ਦੇਖ ਕੇ ਵੀ ਬੰਦਾ ਤਾਂ ਚੰਗਾ, ਇਸ ਕਰਕੇ ਉਹਦੀ ਸਜ਼ਾ ਘਟ ਜਾਂਦੀ ਹੌਲੀ ਹੌਲੀ, ਔਰ ਕੰਮ ਵੀ ਉਹਨੂੰ ਸੌਖਾ ਜਿਹਾ ਦੇ ਦਿੰਦੇ ਨੇ। ਜੇ ਪੜ੍ਹਿਆ ਲਿਖਿਆ ਫਿਰ ਉਹਨੂੰ ਉਹ ਜਿਹਾ ਕੰਮ ਦੇ ਦੇਣਾ ਉੱਥੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਗਲਤੀਆਂ ਕਰਕੇ ਇਨਸਾਨ ਲੇਖ ਲਿਖਵਾ ਕੇ ਜਨਮ ਲੈਂਦਾ, ਜੇ ਉਹ ਸਾਡੇ ਦਰ ਤੇ ਆ ਗਿਆ, ਜਿਉਂ-ਜਿਉਂ ਮੱਥਾ ਟੇਕੀ ਜਾਂਦਾ ਤਿਉਂ-ਤਿਉਂ ਉਹਦੇ ਮਾੜੇ ਲੇਖ ਆਪਣੇ ਆਪ ਹੀ ਸਿੱਧੇ ਹੋਈ ਜਾਂਦੇ, ਠੀਕ ਹੋਈ ਜਾਂਦੇ ਨੇ। ਉਹਨਾਂ ਦਾ ਜਿਹੜਾ ਲੇਖਾਂ ਦੀ ਤੇਜ਼ ਸਮਰੱਥਾ ਸੀ ਉਹ ਘਟ ਗਈ। ਸੋ ਜਿਵੇਂ ਤੀਰ ਛੱਡੀਏ ਕਿਸੇ ਪਾਸੇ ਨੂੰ, ਅੱਗਿਓਂ ਹਵਾ ਤੀਰ ਦੇ ਵਿਰੋਧੀ ਹੋ ਜੇ, ਉਹ ਤੀਰ ਜਿੱਥੇ ਤੱਕ ਜਾਣਾ ਉੱਥੇ ਤੱਕ ਜਾਂਦਾ ਹੀ ਨਹੀਂ, ਤੇ ਜੇ ਜਾ ਕੇ ਲੱਗਿਆ ਤਾਂ ਉਹਨੇ ਮਾੜਾ ਜਿਹਾ ਅਸਰ ਕੀਤਾ। ਇਉਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਨਾਮ ਤੇ ਸੇਵਾ ਦੇ ਨਾਲ ਉਹਦੇ ਜਿਹੜੇ ਲੇਖ ਨੇ, ਜਿਨ੍ਹਾਂ ਨੇ ਬਹੁਤ ਤਕੜਾ ਹਮਲਾ ਕਰਨਾ ਸੀ, ਉਹ ਠੰਡੇ ਹੀ ਪਾ ਦਿੱਤੇ ਨੇ। ਠੰਡੇ ਪੈਣ ਕਰਕੇ ਉਹ ਬੰਦੇ ਨੂੰ ਪਰੇਸ਼ਾਨ ਕਰਨੋਂ ਹੀ ਹਟ ਜਾਂਦੇ ਨੇ। ਗੁਰਮੁਖ ਮੁਕਤ ਕਰਾਵਣਿਆ, ਫਿਰ ਗੁਰਮੁਖ ਜਗਿਆਸੂਆਂ ਨੂੰ ਗੁਰਾਂ ਦੁਆਰੇ ਅਕਾਲ ਪੁਰਖ ਵਾਹਿਗੁਰੂ ਮੁਕਤ ਕਰਵਾ ਦਿੰਦੇ ਨੇ। ਪੀੜਾ ਪਿਰ ਜਾਤੋ ਨਾਹੀ, ਝੂਠ ਵਿਸ਼ੁੰਨੀ ਰੋਵੈ ਧਾਹੀ। ਜਿਹੜੀ ਜੀਵ ਰੂਪ ਇਸਤਰੀ ਨੇ ਮਾਤ ਲੋਕ ਰੂਪ ਪੇਕੇ ਘਰ 'ਚ ਰਹਿੰਦੇ ਆ, ਪਤੀ ਪ੍ਰਾਪਤੀ ਦੇ ਰਸਤੇ ਨੂੰ ਜਾਣਿਆ ਨਹੀਂ, ਉਹ ਝੂਠੀ ਜਿਹੜੀ ਆ ਉਹ ਪਰਮੇਸ਼ਰ ਪਤੀ ਤੋਂ ਵਿਛੜੀ ਹੋਈ ਧਾਹੀ ਰੋਂਦੀ, ਫਿਰ ਉੱਚੀ ਉੱਚੀ ਰੋਂਦੀ ਹੈ। ਹੁਣ ਆਪ ਪਛਤਾਏ ਕਿਆ ਬਣੇ, ਜਬ ਚਿੜੀਆ ਚੁਗ ਗਈ ਖੇਤ। ਹੁਣ ਕੀ ਹੋਵੇਗਾ ਰੋਣ ਤੋਂ? ਹੁਣ ਸੁਣੀਏ ਕਿਆ ਰੂ ਆਇਆ, ਮਨ ਅੰਧਾ ਜਨਮ ਗਵਾਇਆ। ਹੁਣ ਰੋ ਕੇ ਕੀ ਹੋਣਾ? ਜਦੋਂ ਕਹਿੰਦੇ ਸੀ ਕੁਛ ਕਰ ਲਓ, ਕੁਛ ਕਰ ਲਓ, ਇੰਨੇ ਪਾਠ ਕਰ ਲਓ, ਨਾ ਜੀ ਇੰਨਾ ਟਾਈਮ ਨਹੀਂ, ਬਿਜ਼ੀ ਹੈ। ਇੱਥੇ ਸਾਰਿਆਂ ਨੂੰ ਕਹੀਦਾ ਕਥਾ ਸੁਣ ਲਿਆ ਕਰੋ, ਨਾ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਗਾ। ਕੋਲੇ ਸਭ ਕੁਛ ਹੈ, ਬਾਅਦ ਵਿੱਚ ਫਿਰ ਪਛਤਾਵਾ, ਉਹ ਜੇ ਕਰ ਲੈਂਦੇ ਸੁਣ ਲੈਂਦੇ ਚੰਗਾ ਹੀ ਸੀ। ਗਿਆਨ ਨਹੀਂ ਲੈਣਾ, ਕਿਉਂ ਗਿਆਨ ਲੈਣ ਦੀ ਮਨੁੱਖ ਦੀ ਆਦਤ ਹੀ ਨਹੀਂ।
ਅਗਿਆਨ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਸੁਣਾ ਲਓ, ਉਹ ਅਗਿਆਨਤਾ ਦੀਆਂ ਗੱਲਾਂ ਸਾਰੇ ਸੁਣ ਕੇ ਰਾਜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਕਿ ਫਿਰ ਬਾਅਦ ਵਿੱਚ ਰੋਣ ਦਾ ਤਾਂ ਲਾਭ ਹੀ ਨਹੀਂ ਹੈ ਕੋਈ। ਅਵਗਣ ਮੁੱਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸ਼ਾਵਣਿਆ। ਉਹ ਔਗਣਾ ਕਰਕੇ ਜਿਹੜੀ ਮੁੱਠੀ ਲੁੱਟੀ ਹੋਈ ਆ ਨਾ, ਮਹਿਲ ਤੋਂ ਭਾਵ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੀ, ਜਾਂ ਔਗਣਾ ਕਰਕੇ ਉਹਦੇ ਗੁਣ ਤਾਂ ਸਾਰੇ ਨਾਸ ਹੀ ਹੋ ਗਏ ਨੇ। ਹੁਣ ਜਿਹੜੇ ਔਗਣ ਨੇ ਉਹ ਸ਼ੁਭ ਗੁਣਾ ਕਰਕੇ ਹੀ ਬਖਸ਼ੇ ਜਾ ਸਕਦੇ ਸੀ। ਸ਼ੁਭ ਗੁਣ ਹੁੰਦੇ ਬੰਦੇ ਵਿੱਚ 5-4 ਵਧੀਆ ਗੁਣ ਹੋਣ, ਉਹਦੇ ਔਗਣ ਢਕੇ ਜਾ ਸਕਦੇ ਨੇ। ਚਲੋ ਕੋਈ ਨਹੀਂ ਜੀ, ਬੰਦੇ 'ਚ ਆਹ ਗੁਣ ਤਾਂ ਹੈ ਨਾ, ਪਰ ਇਹਦੇ 'ਚ ਤੇ ਔਗਣੀ ਔਗਣੇ, ਇਹਨੂੰ ਕੀ ਕਰੀਏ ਹੁਣ? ਮਹਾਰਾਜ ਕਹਿੰਦੇ ਉਹ ਕਿਵੇਂ ਬਖਸ਼ੀ ਅਸੀਂ? ਕੋਈ ਚੰਗਾ ਗੁਣ ਹੈ ਹੀ ਨਹੀਂ। ਪਈੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ। ਜਿਹਨੇ ਮਾਤ ਲੋਕ ਰੂਪੀ ਪੇਕੇ ਘਰ 'ਚ ਰਹਿੰਦਿਆਂ ਪਿਆਰੇ ਪਤੀ ਪਰਮੇਸ਼ਰ ਨੂੰ ਜਾਣਿਆ, ਉਸ ਗੁਰਮੁਖ ਤੋਂ ਪੁੱਛ ਕੇ ਬੁੱਝ ਕੇ ਜਿਨ੍ਹਾਂ ਨੇ ਜੀਵ ਬ੍ਰਹਮ ਦੀ ਏਕਤਾ ਦੇ ਵਿਚਾਰ ਨੂੰ ਸਮਝ ਲਿਆ ਹੈ, ਹੌਲੀ ਹੌਲੀ ਕੋਲ ਬੈਠ ਕੇ ਗੁਰਮਤਿ ਲੈ ਲਈ, ਗਿਆਨ ਲੈ ਲਿਆ ਹੈ। ਆਵਣ ਜਾਣਾ ਠਾਕ ਰਹਾਏ, ਸੱਚਾ ਨਾਮ ਸਮਾਵਣਿਆ। ਸੱਚੇ ਨਾਮੀ ਵਿੱਚ ਸਮਾਵਣਿਆ ਹੁੰਦਾ ਭੇਦ ਹੋ ਕੇ ਉਹਨਾਂ ਦਾ ਜਨਮ ਮਰਨ ਨੂੰ ਸਤਿਗੁਰੂ ਜੀ ਠਾਕ ਰਹਾਏ, ਰੋਕ ਰੱਖਿਆ ਗੁਰੂ ਸਾਹਿਬ ਨੇ। ਜਦੋਂ ਭਾਈ ਦਿਆਲ ਦਾਸ ਨੂੰ ਕਿਹਾ ਅੰਮ੍ਰਿਤ ਛਕ ਕੇ ਦਿਆਲ ਸਿੰਘ ਬਣ ਗਿਆ। ਸੋ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ 10ਵੇਂ ਪਾਤਸ਼ਾਹ ਨੇ ਛਕਾਇਆ ਅੰਮ੍ਰਿਤ। ਉਸ ਵਕਤ ਜਦੋਂ ਅੰਮ੍ਰਿਤ ਛਕਿਆ, ਦੂਸਰੇ ਦਿਨ ਜਦੋਂ ਮਹਾਰਾਜ ਦੇ ਸਾਹਮਣੇ ਆ ਕੇ ਬੈਠਿਆ, ਸਤਿਗੁਰੂ ਕਹਿੰਦੇ ਦਿਆਲ ਸਿੰਘ ਬਣ ਕੇ ਵੀ ਦਿਲ ਜਿਹਾ ਛੱਡ ਕੇ ਬੈਠਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਰਾਤ ਨੂੰ ਹੁਣ ਅੰਮ੍ਰਿਤ ਤਾਂ ਛਕਿਆ, ਬਾਣੀ ਵੀ ਪੜ੍ਹੀ ਹੈ, ਮੈਂ ਸੁਪਨੇ ਬਹੁਤ ਮਾੜੇ ਹਨ। ਮਹਾਰਾਜ ਕਹਿੰਦੇ ਫਿਰ ਦੱਸ ਕੀ ਹੋਇਆ ਸੁਪਨੇ 'ਚ? ਕਹਿਣ ਲੱਗੇ ਮਹਾਰਾਜ ਰਾਤ ਨੂੰ ਕਿਤੇ ਬਿੱਲਾ ਬਣਿਆ, ਚੜ੍ਹਾਈ ਕਰ ਗਿਆ, ਫਿਰ ਕੂਕਰ ਬਣ ਗਿਆ, ਚੜ੍ਹਾਈ ਕਰ ਗਿਆ, ਫਿਰ ਸੱਪ ਬਣ ਗਿਆ, ਠੂਹਾਂ ਬਣ ਗਿਆ। ਸਾਰੀ ਰਾਤ ਜੰਮਦਾ ਮਰਦਾ ਹੀ ਰਿਹਾ ਮੈਂ ਤਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 150 ਜਨਮ ਹਲੇ ਬਾਕੀ ਸੀ। ਅੰਮ੍ਰਿਤ ਛਕਣ ਕਰਕੇ 150 ਜਨਮ ਅਸੀਂ ਸੁਪਨੇ 'ਚ ਹੀ ਭੁਗਤਾਤਾ ਤੇਰਾ। ਸਤਿਗੁਰੂ ਦੀ ਇਹ ਸਮਰੱਥਾ ਹੁੰਦੀ ਹੈ। ਸੋ ਜਿਵੇਂ ਆਪਾਂ ਆਪਣੇ ਹੱਥ 'ਚ ਰਿਮੋਟ ਹੋਵੇ, ਜਿਹੜੀ ਚੀਜ਼ ਨਹੀਂ ਦੇਖਣੀ ਗਾਹਾਂ ਕਰ ਦਿਓ, ਖਤਮ ਹੋ ਗਈ ਗੱਲ। ਮਹਾਰਾਜ ਜੀ ਵੀ ਇਸੇ ਤਰ੍ਹਾਂ ਕਰਦੇ, ਜੇ ਸਿੱਖ ਤੇ ਕਿਰਪਾ ਕਰ ਦੇਣ, ਉਹਦੇ ਲੇਖ ਸੁਪਨੇ ਮਾਤਰ ਹੀ ਭੁਗਤਾ ਕੇ ਸਮਾਪਤੀ ਕਰ ਦਿੰਦੇ ਉਹਨਾਂ ਦੀ। ਸੁਪਨੇ ਵਿੱਚ ਵੀ ਭੁਗਤਾ ਦਿੰਦੇ ਆ, ਇੱਥੇ ਵੀ ਨਰਮ ਕਰ ਦਿੰਦੇ ਆ, ਕਿਉਂਕਿ ਉਹਦੀ ਸੇਵਾ ਦੇਖ ਕੇ, ਉਹਦਾ ਸਿਮਰਨ ਦੇਖ ਕੇ, ਉਹਦਾ ਨਿਤਨੇਮ ਦੇਖ ਕੇ ਸੱਚਾ ਨਾਮ ਸਮਾਵਣਿਆ, ਜਨਮ ਮਰਨ ਨੂੰ ਰੋਕ ਹੀ ਰੱਖਿਆ। ਕਹਿੰਦੇ ਬਸ ਬਈ ਇਹਦਾ ਹੁਣ ਬੰਦ, ਧਰਮ ਰਾਏਦਾਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਮੁਖੀ ਗੁਰਾਂ ਤੋਂ ਬੁੱਝ ਕੇ ਅਕਥ ਵਾਹਿਗੁਰੂ ਦੇ ਨਾਮ ਨੂੰ ਆਪ ਕਥਨ ਕਰੇ ਅਤੇ ਹੋਰਨਾਂ ਪਾਸੋਂ ਕਹਾਵੇ, ਕਿਉਂਕਿ ਸੱਚੇ ਪਰਮੇਸ਼ਰ ਨੂੰ, ਸੱਚ ਨਾਮ ਜਪਣ ਵਾਲੇ ਗੁਰਮੁਖ ਹੀ ਚੰਗੇ ਲੱਗਦੇ ਨੇ ਪ੍ਰਮਾਤਮਾ ਨੂੰ। ਬਾਕੀ ਦੁਨੀਆ ਤਾਂ ਆਪਣੇ ਲੇਖ ਭੁਗਤਦੀ ਫਿਰਦੀ ਆ, ਉਹਨੂੰ ਕੋਈ ਮਤਲਬ ਨਹੀਂ। ਉਹਨੂੰ ਤਾਂ ਸਿਰਫ ਇਹ ਹੈ ਕਿ ਉਹ ਮੇਰਾ ਪਿਆਰਾ ਕਿਹੜਾ ਹੈ ਦੁਨੀਆ 'ਚ, ਜਿਹੜਾ ਨਾਮ ਜਪਦਾ, ਜਿਹੜਾ ਹਰ ਵਕਤ ਮੈਨੂੰ ਯਾਦ ਰੱਖਦਾ। ਪਰਮਾਤਮਾ ਉਹਦੇ ਵੱਲ ਹੀ ਨਿਗਾਹ ਰੱਖਦੇ ਨੇ, ਉਹ ਮੇਰਾ ਪਿਆਰਾ, ਉਹ ਮੇਰਾ ਲਾਲ ਹੈ, ਉਹਦੇ ਤੇ ਹੀ ਖੁਸ਼ ਰਹਿੰਦੇ ਨੇ ਬਸ, ਕਿ ਉਹ ਮੇਰਾ ਨਾਮ ਜਪਦਾ। ਤਾਂ ਜਿਹੜੇ ਪਦਾਰਥਵਾਦੀ ਹੋ ਜਾਂਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮਾਤਮਾ ਧਿਆਨ ਹੀ ਦਿੰਦੇ ਉਹਨਾਂ ਵੱਲ, ਉਹ ਤਾਂ ਆਪਣਾ ਹੀ ਲੇਖ ਆਪੇ ਭੁਗਤਦੇ ਰਹਿੰਦੇ ਨੇ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਉਂ ਕਥਨ ਕਰਦੇ, ਕਹਿੰਦੇ ਸੱਚ ਕਹੈ ਬੇਨੰਤੀ। ਸੱਚ ਸਰੂਪ ਪਰਮਾਤਮਾ ਵਾਹਿਗੁਰੂ ਦੇ ਅੱਗੇ ਸੱਚੀ ਬੇਨਤੀ ਕਹਿ ਕੇ ਗੁਣਾਂ ਨੂੰ ਗਾਉਣਾ ਕਰੇ, ਤਾਂ ਹੀ ਸੱਚਾ ਪਰਮਾਤਮਾ ਮਿਲਦਾ। ਬੇਨਤੀਆਂ ਕਰੀ ਜਾਓ ਔਰ ਸੱਚੇ ਦੇ ਗੁਣਾਂ ਦਾ ਗਾਇਨ ਕਰੀ ਜਾਓ, ਜੇ ਉਹਨੂੰ ਮਿਲਣਾ। ਜਦੋਂ ਅੰਦਰ ਨਿਸ਼ਾਨਾ ਹੀ ਨਹੀਂ ਮਿਲਦਾ, ਫਿਰ ਇਹ ਵੀ ਸਮਝਾਉਣਾ ਪੈਂਦਾ ਬੰਦੇ ਨੂੰ, ਤਾਂ ਨਿਸ਼ਾਨੇ ਹੀ ਗਲਤ ਰੱਖੀ ਫਿਰਦੇ ਹੈ। ਨਿਸ਼ਾਨਾ ਗਲਤ ਹੈ, ਇਕੱਠੇ ਕਰਨ ਦਾ ਪਦਾਰਥ, ਪੈਸੇ ਜੋੜਨ ਦਾ, ਹੋਰ ਬਣਾ ਲਵਾਂ, ਹੋਰ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਉਹ ਹੋਰ ਪਦਾਰਥ ਅੱਗੇ ਮੰਗੀ ਜਾਂਦਾ ਹੈ। ਸੋ ਇਸ ਕਰਕੇ ਹੋਰ ਜਿਹੜੀ ਹੈ ਨਾ, ਸਹਿਸ ਖੱਟੇ ਲੱਖ ਕੌੜ ਧਾਵੈ।
ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ, ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ। ਪਹਿਲੇ ਪਾਤਸ਼ਾਹ ਦਾ ਇਹ ਇੱਕ ਸ਼ਬਦ ਸੀ ਅਸ਼ਟਪਦੀਆਂ ਵਿੱਚ,